ਸਤਿ ਸਟੂਡੈਂਟ ਇਸ ਤਰ੍ਹਾਂ ਆ ਕਿ ਜਿਹੜਾ ਸਾਡੀ ਹੈ ਨਾ ਅਗਲੀ ਐਕਸਰਸਾਈਜ਼ ਹੈਗੀ ਸਾਡੀ 5th। ਠੀਕ ਹੈ ਨਾ, ਪਹਿਲੀਆਂ ਤਾਂ ਮੈਂ 4 ਐਕਸਰਸਾਈਜ਼ ਪਾਤੀਆਂ ਆ। ਠੀਕ ਨਾ, ਉਹਨਾਂ ਵਿੱਚ ਜਿਹੜੀ ਇੱਕ ਦੋ ਪ੍ਰੋਬਲਮ ਆ ਉਹ ਹੋ ਗਈਆਂ ਤੇ ਬਾਕੀ ਦੀਆਂ ਪ੍ਰੋਬਲਮ ਇਕੱਠੀਆਂ ਸੋਲਵ ਕਰ ਦੂੰਗਾ ਇੱਕ ਵੀਡੀਓ ਦੇ ਵਿੱਚ। ਠੀਕ ਨਾ, ਹੁਣ ਤੁਸੀਂ ਬੇਟਾ ਜਿਹੜੀ ਹੈ ਨਾ ਸਾਡੀ 5th ਐਕਸਰਸਾਈਜ਼ ਆ, ਠੀਕ ਨਾ, 5th ਐਕਸਰਸਾਈਜ਼ ਸਾਡੀ ਰਿਲੇਟਡ ਹੈਗੀ ਆ ਕਿ ਜਦੋਂ ਨਾ ਸਾਡੀਆਂ ਅਲੱਗ-ਅਲੱਗ ਐਕਟੀਵਿਟੀਆਂ ਹੁੰਦੀਆਂ ਆ। ਠੀਕ ਨਾ, ਮੰਨ ਲਓ ਫੋਰ ਐਗਜ਼ਾਮਪਲ ਮੈਂ ਲੈ ਲੈਣਾ ਕਿ ਸਾਡੇ ਕੋਲ 3 ਕੈਂਡੀਡੇਟ ਆ A B C। ਠੀਕ ਹੈ, ਕਿੰਨੇ ਆ ਜੀ? 3 ਕੈਂਡੀਡੇਟ ਆ A B C। ਠੀਕ ਨਾ, ਇਹਨਾਂ ਦੀ ਸਾਨੂੰ ਪਾਸ ਹੋਣ ਦੀ ਪ੍ਰੋਬੇਬਿਲਿਟੀ ਦੇ ਦਿੱਤੀ ਉਹਨੇ। ਕੀ ਦੇਤੀ ਹੈ ਜੀ? ਪਾਸ ਹੋਣ ਦੀ ਪ੍ਰੋਬੇਬਿਲਿਟੀ। ਠੀਕ ਹੈ ਨਾ, ਮੰਨ ਲਓ ਜੀ ਪਾਸ ਹੋਣ ਦੀ ਪ੍ਰੋਬੇਬਿਲਿਟੀ ਜਿਹੜੀ A ਦੀ ਆ, ਜਿਹੜੀ ਕਿਹਦੀ ਹੈ ਜੀ? A ਦੀ ਹੈਗੀ ਆ ਜੀ 1/3। ਠੀਕ ਆ, ਜਿਹੜੀ B ਦੀ ਆ ਉਹਦੀ ਹੈਗੀ ਆ ਜੀ ਮੰਨ ਲਓ 1/5। ਠੀਕ ਨਾ, ਤੇ ਜਿਹੜੀ C ਦੀ ਆ ਉਹ ਹੈਗੀ ਆ ਜੀ ਮੰਨ ਲਓ 1/2। ਇਹ ਪਾਸ ਹੋਣ ਦੀ ਪ੍ਰੋਬੇਬਿਲਿਟੀ ਆ। ਠੀਕ ਹੈ ਨਾ, 3 ਕੈਂਡੀਡੇਟ ਆ ਅਲੱਗ-ਅਲੱਗ, ਤਿੰਨਾਂ ਦੀ ਕੈਂਡੀਡੇਟ ਦੀ ਕੀ ਹੈ ਜੀ ਪਾਸ ਹੋਣ ਦੀ ਪ੍ਰੋਬੇਬਿਲਿਟੀ? ਇਹਦੀ ਹੈਗੀ 1/3, ਇਹਦੀ 1/5, 1/2। ਠੀਕ ਨਾ ਬੇਟਾ, ਹੁਣ ਜੇ ਅਸੀਂ ਇਹਨਾਂ ਵਿੱਚ ਕੱਢਣਾ ਹੋਵੇ ਕਿ ਪ੍ਰੋਬੇਬਿਲਿਟੀ ਪਤਾ ਕਰੋ, ਤਿੰਨੇ ਸਟੂਡੈਂਟ ਅਲੱਗ-ਅਲੱਗ ਹੈ ਨਾ, ਇੱਕ ਦੂਜੇ ਤੇ ਡਿਪੈਂਡੈਂਟ ਨਹੀਂ ਹੈਗੇ, ਤਿੰਨਾਂ ਦਾ ਅਲੱਗ-ਅਲੱਗ ਰਿਜ਼ਲਟ ਆ, ਜਾਣੀ ਕਿ ਇਹ ਤਿੰਨੇ ਇੰਡੀਪੈਂਡੈਂਟ ਆ। ਅਸੀਂ ਇਹ ਫਾਈਂਡ ਕਰਨਾ ਆ ਕਿ ਫਾਈਂਡ ਕਰੋ ਤਿੰਨਾਂ ਵਿੱਚੋਂ ਘੱਟੋ ਘੱਟ ਇੱਕ ਐਟਲੀਸਟ 1 ਕਿਆ ਜੀ? ਐਟਲੀਸਟ 1 ਕੈਂਡੀਡੇਟ ਕੀ ਹੋ ਜਾਵੇ ਜੀ? ਪਾਸ ਹੋ ਜਾਵੇ। ਕੀ ਹੋ ਜਾਵੇ ਜੀ? ਪਾਸ। ਠੀਕ ਨਾ, ਤਾਂ ਬੇਟਾ ਇਹਨਾਂ ਵਿੱਚ ਜਿਹੜਾ ਐਟਲੀਸਟ ਪਾਸ ਦਾ ਆ ਉਹ ਸਾਡਾ ਆਹ ਵਾਲਾ ਫਾਰਮੂਲਾ ਲੱਗਣਾ ਹੈ। ਕਿਹੜਾ ਜੀ? ਪ੍ਰੋਬੇਬਿਲਿਟੀ ਹੈਪਨਿੰਗ ਆਫ ਐਟਲੀਸਟ 1 ਆਫ ਦੀ ਇਵੈਂਟ, ਯਾਨੀ ਕਿ ਸਾਰੀਆਂ ਇਵੈਂਟ ਵਿੱਚੋਂ ਕਿਸੇ ਇੱਕ ਇਵੈਂਟ ਦੇ, ਠੀਕ ਨਾ, ਮਤਲਬ ਹੈਪਨਿੰਗ ਹੋਣ ਮਤਲਬ ਉਹਦੇ ਹੋਣ ਦੇ ਚਾਂਸਸ ਕੀ ਹੁੰਦੇ ਆ? ਉਹ ਕੀ ਹੁੰਦੇ ਆ? ਇੱਕ ਦੇ ਵਿੱਚੋਂ ਲੈਸ ਕਰ ਦੇਣਾ ਅਸੀਂ ਕਿਹਾ ਜੀ ਕਿਸੇ ਵੀ ਇਵੈਂਟ ਦੇ ਜਿਹੜੇ ਨਾ ਹੋਣ ਦੇ ਚਾਂਸਸ ਹੁੰਦੇ ਆ। ਠੀਕ ਨਾ, ਯਾਨੀ ਕਿ ਕਹਿ ਜੀ ਐਟਲੀਸਟ 1 ਹੋਣ ਦੇ ਕੀ ਹੋਣੇ ਆ ਜੀ? ਇੱਕ ਦੇ ਵਿੱਚੋਂ ਕੀ ਲੈਸ ਕਰਨਾ? ਜਿੰਨੀਆਂ ਵੀ ਇਵੈਂਟਸ ਆ ਜਿਹੜੇ ਉਹਨਾਂ ਦੇ ਨਹੀਂ ਹੋਣ ਦੇ ਚਾਂਸਸ ਹੁੰਦੇ ਆ। ਜਿੱਦਾਂ ਐਟਲੀਸਟ ਮੈਂ 1 ਕਰਨਾ, ਇਹਨਾਂ ਵਿੱਚ ਕੋਈ ਇੱਕ ਮਤਲਬ ਕੀ ਹੋ ਜਾਵੇ? ਐਟਲੀਸਟ ਪਾਸ ਹੋ ਜਾਵੇ, ਜਿਹੜਾ ਇੰਡੀਪੈਂਡੈਂਟ ਹੁੰਦਾ ਆ। ਇਹਦੇ ਵਿੱਚ ਕੀ ਆਊਗਾ ਜੀ? ਐਟਲੀਸਟ 1 ਦੀ ਪ੍ਰੋਬੇਬਿਲਿਟੀ ਕਿੰਨੀ ਆਊਗੀ ਸਾਡੇ ਕੋਲ? ਇਹਦਾ ਮਤਲਬ ਕਹਿਣਾ ਇੱਕ ਦੇ ਵਿੱਚੋਂ ਅਸੀਂ ਲੈਸ ਕਰਨਾ। ਕੀ ਹੈ ਜੀ? ਕੀ ਕਹਿੰਦਾ ਜੀ? ਲੈਸ ਕਰਨਾ ਆ। ਕਿਹਦੀ ਪ੍ਰੋਬੇਬਿਲਿਟੀ ਲੈਸ ਕਰਨੀ ਹੈਗੀ ਆਪਾਂ? ਪ੍ਰੋਬੇਬਿਲਿਟੀ ਕੌਣ ਜੀ? ਨਾ A ਪਾਸ ਹੋਵੇ, ਨਾ B ਪਾਸ ਹੋਵੇ, ਨਾ C ਪਾਸ ਹੋਵੇ। ਠੀਕ ਨਾ, ਔਰ ਇਹ ਸਾਨੂੰ ਪਤਾ ਆ ਆਹ ਪ੍ਰੋਬੇਬਿਲਿਟੀ ਕੱਢਣਾ ਤਾਂ ਕਿੰਨਾ? 1 ਮਾਈਨਸ ਪ੍ਰੋਬੇਬਿਲਿਟੀ ਕਿਹਦੀ ਆ ਜੀ? A ਦੇ ਨਹੀਂ ਪਾਸ ਹੋਣ ਦੀ ਇਨਟੂ ਪ੍ਰੋਬੇਬਿਲਿਟੀ B ਦੇ ਨਹੀਂ ਪਾਸ ਹੋਣ ਦੀ ਇਨਟੂ ਪ੍ਰੋਬੇਬਿਲਿਟੀ C ਦੇ ਨਹੀਂ ਪਾਸ ਹੋਣ ਦੀ। ਠੀਕ ਨਾ, ਮਤਲਬ ਜਦੋਂ ਆਪਾਂ ਇਹ 'ਚ ਲੈਸ ਕਰ ਦੇਣੀ ਇਹਦਾ ਮਤਲਬ ਕਿਆ ਜੀ? ਘੱਟੋ ਘੱਟ ਐਟਲੀਸਟ 1 ਕਿਆ ਜੀ ਇਹਨਾਂ ਵਿੱਚ ਇੱਕ ਕਿਆ ਜੀ ਪਾਸ ਹੋਊਗਾ। ਠੀਕ ਨਾ, ਕਿ ਮਤਲਬ ਕਿਆ ਜੀ ਕਿ ਜਦੋਂ ਕਿਆ ਜੀ ਕਿਸੇ ਵੀ ਚੀਜ਼ ਦੀ ਤਾਂ ਐਟਲੀਸਟ 1 ਦੀ ਕੱਢਣੀ ਹੋਊਗੀ ਨਾ, ਤਾਂ ਅਸੀਂ ਇੱਕ ਦੇ ਵਿੱਚੋਂ ਕੀ ਘਟਾ ਦੇਣਾ ਆ? ਜਿਹੜੀ ਮਤਲਬ ਸਾਰਿਆਂ ਦੀ ਨਹੀਂ ਹੋਣ ਦੀ ਹੋਣੀ ਪ੍ਰੋਬੇਬਿਲਿਟੀ, ਉਹ ਅਸੀਂ ਕੀ ਕਰ ਦੇਣਾ ਜੀ? ਲੈਸ ਕਰ ਦੇਣਾ। ਠੀਕ ਨਾ, ਜਿੱਦਾਂ ਬੇਟਾ ਤੁਹਾਡੇ ਕੋਲ ਇਹਦੇ ਵਿੱਚ ਹੁਣ ਦੇਖੋ ਐਕਸਰਸਾਈਜ਼ 5th ਦਾ ਫਸਟ ਕੁਐਸਚਨ ਆ ਬੇਟਾ। ਇਹਦੇ ਵਿੱਚ ਮੈਂ ਕੁਐਸਚਨ ਸਾਰੇ ਨਹੀਂ ਕਰਨੇ ਹੈਗੇ। ਠੀਕ ਨਾ, ਕੁਐਸਚਨ ਮੈਂ ਸਿਰਫ ਕਰਨੇ ਇਹਦੇ ਵਿੱਚ ਵੱਧ ਤੋਂ ਵੱਧ 4, ਬਾਕੀ ਤੁਸੀਂ ਆਪ ਕਰਨੇ ਆ। ਠੀਕ ਨਾ, ਔਰ ਇੱਕ ਬੱਚਾ ਮੈਂ ਦੇਖਿਆ ਤੁਹਾਡੇ ਨਾ ਬਹੁਤੇ, ਮੈਂ ਦੇਖਿਆ ਨਾ ਜਾਂ ਤਾਂ ਤੁਸੀਂ ਸਵਾਲ ਕਰਦੇ ਨਹੀਂ ਪਏ, ਠੀਕ ਨਾ, ਜਾਂ ਵੀ ਤੁਹਾਡਾ ਬਹੁਤਾ ਰਿਸਪੌਂਸ ਜਿਹਾ ਨਹੀਂ ਮਿਲਦਾ। ਸਿਰਫ 1-2 ਬੱਚੇ ਆ, ਠੀਕ ਨਾ, ਜਿਹੜੇ ਮਤਲਬ ਸਵਾਲ ਕਰਦੇ ਪਏ ਆ, ਬਾਕੀ ਮੈਨੂੰ ਤਾਂ ਕਰਦੇ ਨਹੀਂ ਪਏ ਸਵਾਲ। ਠੀਕ ਨਾ ਬੇਟਾ, ਜੇ ਤੁਸੀਂ ਸਵਾਲ ਨਹੀਂ ਕਰੋਗੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ। ਤੁਹਾਨੂੰ ਨਾ ਦੇਖੋ ਮੈਂ ਸਾਰੇ ਸਵਾਲ ਕਰਾਉਣਾ ਪਿਆ ਨਾ, ਘੱਟੋ ਘੱਟ ਤੁਹਾਨੂੰ ਕਰਨੇ ਜ਼ਰੂਰ ਪੈਣੇ ਆ। ਠੀਕ ਨਾ, ਔਰ ਜਿੱਦਾਂ ਤੁਹਾਡਾ ਸਿਲੇਬਸ ਪੂਰਾ ਹੋ ਗਿਆ ਬੇਟਾ ਮੈਂ ਤੁਹਾਨੂੰ ਟੈਸਟ ਲੈਣ ਲੱਗ ਪੈਣੇ। ਠੀਕ ਹੈ ਨਾ, ਫਿਰ ਤੁਸੀਂ ਮੈਨੂੰ ਬਾਅਦ ਚੋਂ ਨਾ ਕਹੋ ਕਿ ਨਹੀਂ, ਜੇ ਕਿ ਤੁਹਾਨੂੰ ਪ੍ਰੋਬਲਮ ਮਤਲਬ ਨਹੀਂ ਸਮਝ ਲੱਗਦਾ ਤਾਂ ਵੀ ਦੱਸ ਦਿਓ, ਮੈਂ ਦੁਬਾਰਾ ਫਿਰ ਦੇਖ ਲੂੰਗਾ। ਠੀਕ ਨਾ, ਪਰ ਤੁਸੀਂ ਕਰਨੇ ਜ਼ਰੂਰ ਆ ਸਵਾਲ। ਠੀਕ ਨਾ, ਹੁਣ ਜਿੱਦਾਂ ਬੇਟਾ ਦੇਖੋ ਸਾਡੇ ਕੋਲ ਫਸਟ ਕੁਐਸਚਨ ਆ, ਕਹਿੰਦਾ ਇਹ ਪ੍ਰੋਬਲਮ, ਠੀਕ ਹੈ ਨਾ, ਇਨ ਸਟੈਟਿਸਟਿਕਸ ਕਹਿੰਦਾ ਗਿਵਨ ਟੂ ਦੀ 4 ਸਟੂਡੈਂਟ, ਯਾਨੀ ਕਿ 4 ਸਟੂਡੈਂਟ ਇੱਕ ਸਟੈਟਿਸਟਿਕਸ ਦੀ ਨਹੀਂ ਪ੍ਰੋਬਲਮ ਦਿੱਤੀ ਆ। ਜੇਅਰ ਚਾਂਸਸ ਆਫ ਸੋਲਵਿੰਗ ਇਟ ਆਰ ਕਿੰਨਾ ਹੈ ਜੀ? 1/2, 1/3। ਠੀਕ ਹੈ ਨਾ ਜੀ, ਤੇ ਉਸ ਤੋਂ ਬਾਅਦ ਕਿੰਨੀ ਹੈ ਜੀ? 1/4 ਐਂਡ 1/5, ਯਾਨੀ ਕਿ ਜਿਹੜੇ 5 ਸਟੂਡੈਂਟ ਨੂੰ ਪ੍ਰੋਬਲਮ ਦਿੱਤੀ ਸੀਗੀ, ਇਹ ਮਤਲਬ ਪਹਿਲਾਂ ਉਹਦੀ ਸੋਲਵ ਕਰਨ ਦੇ ਕਿੰਨੇ ਚਾਂਸਸ, ਪ੍ਰੋਬੇਬਿਲਿਟੀ ਸਾਰੇ ਦਿੱਤੀ ਹੋਆ। ਠੀਕ ਨਾ, ਕਹਿੰਦਾ ਵਾਟ ਇਜ਼ ਦੀ ਪ੍ਰੋਬੇਬਿਲਿਟੀ ਦੈਟ ਦੀ ਪ੍ਰੋਬਲਮ ਇਜ਼ ਸੋਲਵ। ਕਹਿੰਦਾ ਦੱਸੋ ਕੀ ਪ੍ਰੋਬੇਬਿਲਿਟੀ ਆ ਕਿ ਪ੍ਰੋਬਲਮ ਸਾਡੀ ਸੋਲਵ ਹੋ ਗਈ। ਠੀਕ ਨਾ, ਇਹਦਾ ਮਤਲਬ ਸਾਨੂੰ ਪਹਿਲਾਂ ਦਿੱਤਾ ਕੀ ਹੈ? ਦੇਖੋ ਸਾਨੂੰ ਦਿੱਤਾ ਹੈਗਾ ਉਹਨੇ ਪ੍ਰੋਬੇਬਿਲਿਟੀ, ਠੀਕ ਨਾ, A ਦੀ, ਮਤਲਬ ਕਿਹਾ ਜੀ ਮੈਂ ਇਹ ਮੰਨ ਲੈਂਦਾ ਕਿ ਪ੍ਰੋਬੇਬਿਲਿਟੀ ਆਫ ਮਤਲਬ ਕਿਹਾ ਜੀ ਸੋਲਵ। ਠੀਕ ਨਾ, ਕਿਹਾ ਜੀ ਪਹਿਲੇ ਸਟੂਡੈਂਟ ਦੀ ਕਿੰਨੀ ਦਿੱਤੀ ਉਹ ਨਹੀਂ ਸਾਨੂੰ
पहले स्टूडेंट दी सानू 1/2 प्रोबेबिलिटी ऑफ बी यानी कि दूजे सोल्वर ने भी सोल्व कर देना कितना जी 1/3 उस तो बाद जी प्रोबेबिलिटी सी तीजे ने भी सोल्व कर देना कितना जी 1/4 ठीक ना प्रोबेबिलिटी नहीं पहले दी 1/2 आ दूजे दी 1/3 आ फिर 1/4 आ उस तो अगले दी की है साढ़े कोल सॉरी 4 स्टूडेंट है ना कितनी है जी प्रोबेबिलिटी डी ने सोल्व करने की कितनी है 1/5 ठीक ना ये बेटा इन्हों की मतलब सोल्व करने की प्रोबेबिलिटी होगी हुण कहता प्रॉब्लम सोल्व हो जाए ये मतलब प्रॉब्लम सोल्व कदों होनी चाहे आ सोल्व कर दे चाहे आ सोल्व कर दे चाहे आ सोल्व कर दे चाहे आ मतलब इन्हों कोई घट्टो घट जी है ना एक सोल्व कर देना चाहे सारे सोल्व कर देना तां भी सोल्व होनी मतलब एटलीस्ट कहता 1 जे एटलीस्ट 1 कोई सोल्व कर दिंदा आ तो ये थोड़ी प्रॉब्लम की हो जानी सोल्व हो जानी इसका मतलब असीं की करना जी प्रोबेबिलिटी क्या जी एटलीस्ट 1 सोल्व ठीक ना कि एटलीस्ट 1 की कर दे भी प्रॉब्लम सोल्व कर दे वह बेटा फिर आह आ 1 माइनस प्रोबेबिलिटी कि कर देनी है जी ए भी नहीं सोल्व करता ठीक ना बी भी नहीं सोल्व करता सी भी नहीं सोल्व करता तो डी भी नहीं सोल्व करता यही लेस करना आप ਇਹਦਾ मतलब हम सानू पहले आह करना पैना प्रोबेबिलिटी ए बी सी डी नहीं सोल्व करनी ये सानू की पता होना चाहिए पहले नंबर पर प्रोबेबिलिटी ए सोल्व नहीं करती वो किद्दां आनी है जी जिन्नी हैगी आ एक दे विचों प्रोबेबिलिटी ए दी लैस कर देनी मतलब बाकी नहीं दी आ जानी 1 माइनस 1/2 बराबर कितना जी 1/2 इस तरह प्रोबेबिलिटी बी सोल्व नहीं करता ਇਹਦੀ प्रोबेबिलिटी कितनी होनी आ एक दे विच ओही जी होने वाली जिहड़ी हैगी 1/3 घटा के कितना जी 2/3 इदां जी प्रोबेबिलिटी सी सोल्व नहीं करता वो किद्दां है जी एक दे विचों जिहड़ी सी दी प्रोबेबिलिटी है सोल्व करने की 1/4 ये घटा दो कितना जी 3/4 फिर जी प्रोबेबिलिटी डी सोल्व नहीं करता वही एक दे विचों 1/5 लैस कर देना कितना जी 4/5 हुण असीं की करना जी प्रोबेबिलिटी किहदा जी ए ने भी नहीं सोल्व किया बी ने भी नहीं सी ने भी नहीं तो डी ने भी नहीं वो किद्दां आना जी तिन्नां नूं मल्टीप्लाई करके किद्दां जी प्रोबेबिलिटी ए सोल्व नहीं करता ठीक ना इंटू प्रोबेबिलिटी बी सोल्व नहीं करता प्रोबेबिलिटी सी सोल्व नहीं करता प्रोबेबिलिटी डी सोल्व नहीं करता बाकी बेटा तो वैल्यू भर दो कितना जी 1/2 ठीक है फिर कितना जी 2/3 फिर कितना जी 3/4 फिर कितना जी 4/5 बाकी बेटा इन सोल्व कर लेना किस तरह जी जेडे कट होंगे कट देने आप कितना आ गया 1/5 बाकी फिर वो कट दो अगे प्रोबेबिलिटी एटलीस्ट 1 सोल्व वो कितना आना जी 1 माइनस जी चीज़ कढ़ी आप 1/5 बराबर 4/5 बेटा थोड़ा आंसर आ जाना ठीक है ना क्या जाना 4/5 आंसर ठीक है ना बेटे देखो जी एटलीस्ट 1 पिछे आया ठीक है ना जे मतलब यह पूछ लेंगे क्या जी कि प्रोबेबिलिटी पता कर देनी क्या कहती है जी कि जी साड़ी क्या जी प्रॉब्लम नोट सोल्वड ठीक है कि प्रॉब्लम साड़ी सोल्व नहीं हुई हैगी वह की होना जी जी साड़ी नहीं होती हैगी आही चीज़ आ बस यही लिख देनी सीधी कि जी मतलब प्रोबेबिलिटी कि होगी ए ने भी नहीं सोल्व की बी ने भी नहीं सी ने भी नहीं तो डी ने भी नहीं वो कितना है जी आप कढ़िया 1/5 एटलीस्ट 1 सोल्व हो जाए या सोल्व हो जाए वह क्या जाना जी इस तरह और नहीं सोल्व होनी आ वह मतलब सीधा है कि किसी ने भी नहीं सोल्व की सारे मल्टीप्लाई करके जिदा आप कढ़ दिता कढ़ ठीक है ना हुण बेटा इस तरह तो अगे सैकंड क्वेश्चन ठीक ना एक वो थोड़ा जिहा अलग आ मैं वो करवा दिंदा है ठीक है ना सैकंड क्वेश्चन देखो बेटा की है साडे ठीक है ना जिहड़ा तुहाडा क्या जी क्वेश्चन नंबर सैकंड ठीक है सैकंड क्वेश्चन दे विच की आ कहंदा ए एंड बी डिसाइडेड टू मीट एट दुर्गा टैंपल बिटवीन कितना जी 5 तो लैके 7 PM 5 to 7 PM यानी कि 5 बजे तो लैके 7 बजे के नहीं क्या जी मिलना है विद द कंडीशन that no one would be wait for the other for more than 30 minutes प्लस क्या जी उन्हीं मतलब कहना कंडीशन आ कि जेडे है ना एक बंदे ने दूजे बंदे लिए 30 मिनट तो ज़्यादा वेट नहीं करना 30 मिनट तो ज़्यादा वेट नहीं करना कहना वट इज द प्रोबेबिलिटी दैट कहता दैट दे मीट कहना दसो की प्रोबेबिलिटी आ कि वह मिल जूंगी वो क्या है जी मिल जूंगी ठीक ना मतलब बेटा सीधी जी गल आ पहला सानू ये पता करना पैना है कि दोनों की हुण ए बी नूं मिलूंगा बी सी नूं मिलूंगा ਇਹਦਾ मतलब साडे कोल कितना है जी 5 तो लैके 7 बजे तक ठीक ना 5 तो लैके 7 बजे के
ठीक है ना। हुण देखो ना मिलने की प्रोबेबिलिटी कितनी बनती है। पहला देखो साढ़े हुण जो आप 30 मिनट का गैप बना के चलीए तो कितना है जी 5 तो 5.5, ठीक है ना, 5.5 तो 6, ठीक है ना, तो 6.5 तो सॉरी 6 तो 6.5, ठीक है ना, और जी उस तो अगे जी 6.5 तो 7 बजे तक, ठीक है ना। यानी कि इन्हों के जे तो जिदा हम मान लो इतने कोई आ जाता 5 बजे है ना अद्धे घंटे का, वो बस क्या जी ये उन्हें एक दूजे मिल सकती है, ठीक है ना। यदा मतलब साढ़े को जेडे टोटल केसिस हो गए किन्ने हो गए जी 4 हो गए, है ना। इन्हों विचों किसी भी एक केस के आ जाए वो, चाहे ये आ जाए क्योंकि दोनों ने मिलना तो ये ही आ, मतलब वो एच आता है तो दूजा भी इसी जगह आना चाहिए। जो हम इदा आ जाए वो आ जाए इस टाइम जोड़ा ए सगा वो आ जाए 5 बजे, हम 5:30 तक गिनना उन्होंने, जो दूजा बंदा भी 5 तो लैके 5:30 के आऊँगा तदे दोनों मिलूंगे। जे पहला आ जाए 5:30, दूजा कदों आ जाए जी 5:30 तो लैके 6 के फिर उन्हें मिलना थोड़ी है, ठीक ना। कि मतलब उन्हें मिलने के की चांस है, चाहे दोनों ये आन, चाहे दोनों ये आने, चाहे दोनों ये आने, चाहे दोनों ये आन, ठीक ना। कि मतलब ता मिल सकता है, ठीक ना। यदा मतलब जेडे उन्होंने चांसिस आ, ठीक है ना। पहले नंबर क्या जी सॉरी ए नंबर ऑफ फेवरेबल वो किन्ने आने जी 1/4, ठीक है ना, कि दोनों में किसी एक च मिलना, ठीक है ना। यानी कि जे ये आ जाता ना ए तो एक चांस आ कि बी भी इतने इसी टाइम में आ जाऊगा, ठीक है ना। यदा मतलब क्या जी कि प्रोबेबिलिटी ऑफ ए दी जी ए दी बी नू मिलने की कितनी होगी जी 1/4, और प्रोबेबिलिटी बी ए दी नहीं मिलने की कितनी हुई 3/4, कितनी हुई जी 3/4। इस तरह ही प्रोबेबिलिटी बी दी मिलने की कितनी हुई जी 1/4, और प्रोबेबिलिटी बी दी नहीं मिलने की कितनी हुई 3/4, ठीक है ना। हुण ये बेटा देखो कहता चाहे ए बी नू आके मिल जाए, चाहे बी दूजे नू मिल जाए, यानी कि एटलीस्ट दोनों एक बार मिल गए तो दोनों मिले जाना उस विच। इहदा मतलब जिहड़ा आपां प्रोबेबिलिटी पता करना है क्या जी ए एंड बी मीट ईच अदर, यानी कि एक दूजे को मिलती है, ठीक है ना। वो प्रोबेबिलिटी बेटा वही 1 माइनस प्रोबेबिलिटी कहदी जी ए दी नहीं मिलने की, तो जो बी ए तो बी ने दोनों ने नहीं मिलना, मतलब आपस में मिलते ही नहीं है, तो बेटा वही आ फिर, ठीक है ना। 1 माइनस कितना कर देना जी आही प्रोबेबिलिटी ए दी नहीं मिलने की, ठीक है ना, तो इंटू की कर देना जी प्रोबेबिलिटी बी दी नहीं मिल, दोनों मल्टीप्लाई कर देना। वो कितना आना बेटा 1 दे विचों ए 3/4 गुणा 3/4, ठीक है ना, तो ठीक है ना 3/4 गुणा 3 ये कितना आना बेटा 1 माइनस 3 ते 9, 1 माइनस 9 बटा चलो इतने कह देना कितना जी 1 माइनस 3 ते 9, 9/4 सॉरी 4 चौके 16, 9 बटा इतने कर देना बेटा उपर नाले तुहानूं पता भी लग जाए की है जी 1 माइनस, ठीक है ना 3/4 गुणा 3/4, 1 माइनस 3 ते 9, 4 चौके 16, इधर चल गया जी 16 माइनस 9/16, 16 च 9 कटे 7/16 कितना जी 7/16। ਇਹਦਾ मतलब की होया जी जी मतलब मिलने की प्रोबेबिलिटी कितनी होगी जी 7/16। ये बेटा थोड़ा सैकंड क्वेश्चन, ठीक है ना, ये जो क्वेश्चन है थोड़ा सैकंड, ठीक है ना। उस तो बेटा अगे वाले सीधी प्रोबेबिलिटी दी होने की दी हो, ठीक है ना। तुसीं की करना है जी नहीं होने की कढ़ के उन्होंने मल्टीप्लाई करके एक चो घटा देना, एटलीस्ट बनती है नहीं, बाकी थोड़े जो अगले क्वेश्चन, ठीक है ना। जिदा बेटा थोड़ा 5th क्वेश्चन आ वो दिता है कहता कैन हिट ए टारगेट, ठीक है ना, कहता कैन हिट ए टारगेट कहता 3 टाइम इन 5 शॉट, मतलब 3 बारी किन्ना करता जी शॉट मतलब हिट करता है किन्निया विचों 5 चो, यानी कि पहले की प्रोबेबिलिटी हिट करने की कितनी होगी 3/5 करके 5 में 3 बार हिट कर देना, दूजे की कितनी हो जानी है 5 के विचों 2 बार 2/5, ठीक है ना। तीजे की कितनी होनी है 3 बार हिट करता किन्ने चो जी 4 चो, तीजे की हो जानी 3/4, ये होने की साडी प्रोबेबिलिटी होनी है, ये कदी होनी है जी साडे कोल ਤੁਸੀਂ बेटा फिर की करना जो तिना का होने की है ना मतलब प्रोबेबिलिटी नहीं होनी उन्होंने मल्टीप्लाई करके एक की कर देना जी लैस कर देना, ठीक है ना। उन्होंने क्या होने मिलने की प्रोबेबिलिटी आ जानी है,
ਠੀਕ ਨਾ। ਹੁਣ ਅੱਗੇ ਬੇਟਾ ਦੇਖੋ, ਅੱਗੇ ਹੈਗਾ ਸਾਡਾ ਕੁਐਸਚਨ ਨੰਬਰ ਜਿਹੜੇ ਬਾਕੀ ਦੇ ਆ, ਠੀਕ ਨਾ, ਉਹ ਮਿਲਦੇ ਆ, ਠੀਕ ਨਾ। ਵਿੱਚ ਇੱਕ ਤੁਹਾਨੂੰ 7ਵੇਂ ਦਾ ਮਾੜਾ ਜਿਹਾ ਹਿੰਟ ਦੇ ਦਿੰਦਾ ਆ, ਠੀਕ ਨਾ। ਉਹਦੇ ਵਿੱਚ ਬੇਟਾ ਦੇਖੋ 7ਵੇਂ ਦੇ ਵਿੱਚ ਕੀ ਕਹਿੰਦਾ ਹੈ, ਕਹਿੰਦਾ ਕੈਂਡੀਡੇਟ ਆ, ਠੀਕ ਨਾ, ਮੰਨ ਲਓ 3 ਕੰਪਨੀਆਂ ਦੇ ਵਿੱਚ ਜਾਂਦਾ, ਕਿਹੜਾ ਜੀ, ਇੱਕ ਏ ਆ, ਬੀ ਆ, ਤੇ ਕਿਹੜੀ ਕੰਪਨੀ ਆ ਜੀ, ਸੀ ਆ, ਠੀਕ ਨਾ। ਕਿਹੜੀ ਕਿਹੜੀ ਆ ਜੀ, ਏ ਬੀ ਸੀ, ਠੀਕ ਨਾ। ਏ ਦੇ ਵਿੱਚ ਇੱਥੇ ਹੋ ਗਿਆ ਆ ਇੰਟਰਵਿਊ ਤੇ, ਠੀਕ ਨਾ, ਉਹਦੇ ਵਿੱਚ ਕਿੰਨੇ ਕੈਂਡੀਡੇਟ ਆ ਜੀ, ਉਹਦੇ ਵਿੱਚ ਹੈਗੇ 15 ਕੈਂਡੀਡੇਟ, ਠੀਕ ਨਾ। ਤੇ ਪਲੱਸ ਜੀ ਬੀ ਦੇ ਵਿੱਚ ਕਿੰਨੇ ਆ ਜੀ, ਬੀ ਦੇ ਵਿੱਚ ਹੈਗੇ ਆ, ਪਹਿਲਾਂ ਏ ਦੇ ਵਿੱਚ ਬੇਟਾ 12 ਆ, ਸੋਰੀ, ਏ ਦੇ ਵਿੱਚ ਕਿੰਨਾ ਹੈ ਜੀ 12, ਬੀ ਦੇ ਵਿੱਚ ਕਿੰਨੇ ਆ ਜੀ 15, ਔਰ ਸੀ ਦੇ ਵਿੱਚ ਕਿੰਨੇ ਆ ਬੇਟਾ, ਸੀ ਦੇ ਵਿੱਚ ਹੈਗੇ ਆ 10, ਠੀਕ ਨਾ। ਉਹ ਕਹਿੰਦਾ ਦੱਸੋ ਕੀ ਪ੍ਰੋਬੇਬਿਲਿਟੀ ਆ ਕਿ ਘੱਟੋ ਘੱਟ ਉਹ ਇੱਕ ਦੇ ਵਿੱਚ ਸਿਲੈਕਟ ਹੋ ਜਾਵੇ। ਇਹਦਾ ਮਤਲਬ ਉਹੀ ਆ ਜੀ, ਪਹਿਲਾਂ ਸਾਨੂੰ ਇਹਦਾ ਪਤਾ ਹੋਣਾ ਚਾਹੀਦਾ ਕਿ ਇਹਨਾਂ ਵਿੱਚ ਸਿਲੈਕਟ, ਉਹੀ ਇੱਕ ਦੇ ਵਿੱਚ ਸਾਰਿਆਂ ਦੇ ਨਹੀਂ ਸਿਲੈਕਟ ਹੋਣ ਦੀ ਪ੍ਰੋਬੇਬਿਲਿਟੀ ਘਟਾ ਦੇਣੀ ਆ, ਠੀਕ ਹੈ ਨਾ, ਠੀਕ ਨਾ ਸਟੂਡੈਂਟ। ਮਤਲਬ ਉਹ ਕਹਿੰਦਾ ਹੈ ਕਿ ਘੱਟੋ ਘੱਟ ਇੱਕ ਦੇ ਵਿੱਚ ਸਿਲੈਕਟ ਹੋ ਜਾਵੇ, ਠੀਕ ਨਾ। ਇਹਦਾ ਮਤਲਬ ਉਹੀ ਆ ਐਟਲੀਸਟ 1 ਵਿੱਚ ਸਿਲੈਕਟ ਹੋ ਜਾਵੇ। ਅਸੀਂ ਕੀ ਕਰਨਾ ਜੀ, ਸਾਰਿਆਂ ਇੱਕ ਦੇ ਵਿੱਚੋਂ ਸਾਰਿਆਂ ਦੇ ਨਹੀਂ ਸਿਲੈਕਟ ਹੋਣ ਦੀ ਕੰਡੀਸ਼ਨ ਅਸੀਂ ਘਟਾ ਦੇਣੀ ਆ, ਠੀਕ ਨਾ। ਪਰ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਰਿਆਂ ਵਿੱਚ ਸਿਲੈਕਟ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਆ। ਹੁਣ ਇੱਥੇ 12 ਜਣੇ ਗਏ ਹੋਊਗਾ, ਉਹ ਕੱਲਾ ਆ, ਇਹਦਾ ਮਤਲਬ ਜੇ ਕੱਲੇ ਨੂੰ ਮਿਲਦੀ ਤਾਂ ਫੇਵਰ ਵਿੱਚ ਆ, ਇਹਦੇ ਵਿੱਚ ਸਿਲੈਕਟ ਹੋਣ ਦੀ ਕੀ ਹੋਣੀ ਹੈ ਜੀ 1/12। ਕੁੱਲ ਕੈਂਡੀਡੇਟ ਕਿੰਨੇ ਹੋ ਗਏ 12, ਉਹ ਕਿੰਨਾ ਹੋ ਗਿਆ 1, ਜੇ ਉਹਨੂੰ ਮਿਲ ਜਾਂਦੀ ਆ ਤਾਂ ਉਹਦੇ ਫੇਵਰ ਵਿੱਚ ਆ, ਕੁੱਲ ਕਿੰਨੇ ਆ ਜੀ 12। ਇਦਾਂ ਹੀ ਇਹਦੀ ਕੀ ਹੈ ਜੀ ਸਿਲੈਕਟ ਹੋਣ ਦੀ 1/15, ਇਹਦੀ ਕਿੰਨੀ ਹੈ ਜੀ 1/10। ਜੇ ਉਹੀ ਆਪਾਂ ਨਹੀਂ ਸਿਲੈਕਟ ਹੋਣ ਦੀ ਦੇਖਣੀ ਹੋਵੇ, ਨੋਟ ਦੀ ਮਤਲਬ ਨਹੀਂ ਸਿਲੈਕਟ ਹੋ ਰਿਹਾ, ਤਾਂ ਇਹਦੀ ਕਿੰਨੀ ਆਣੀ ਹੈ ਜੀ 11/12, ਇਹਦੀ ਕਿੰਨੀ ਹੈ ਜੀ 14/15, ਇਹਦੀ ਕਿੰਨੀ ਹੈ ਜੀ 9/10। ਬਾਕੀ ਬੇਟਾ ਜਿੱਦਾਂ ਕੱਢਦੇ ਹੀ ਆ, ਐਟਲੀਸਟ ਮਤਲਬ ਇੱਕ ਵਿੱਚ ਸਿਲੈਕਟ ਹੋ ਜਾਵੇ। ਅਸੀਂ ਕੀ ਕਰਨਾ, ਜਿਹੜੇ ਇੱਕ ਦੇ ਵਿੱਚੋਂ ਸਾਰਿਆਂ ਦਾ ਮਤਲਬ ਕਿ ਨਹੀਂ ਸਿਲੈਕਟ ਹੋਣ ਦੀ ਕੈਰੀ ਘਟਾ ਦਾਂ, ਠੀਕ ਨਾ। ਇਹ ਬੇਟਾ ਸਾਡਾ 7ਵਾਂ ਸੀਗਾ, ਠੀਕ ਨਾ। ਔਰ ਇਸੇ ਤਰ੍ਹਾਂ ਕੁਐਸਚਨ ਤੁਹਾਡਾ ਜਿਹੜਾ 9ਵਾਂ ਆ, ਠੀਕ ਨਾ, ਉਹਦੇ ਵਿੱਚ ਪਹਿਲੇ ਨੰਬਰ ਤੇ ਮਤਲਬ ਇੰਡੀਆ ਤੇ ਇੰਗਲੈਂਡ ਦੇ ਵਿੱਚ ਮੈਚ ਹੋ ਰਿਹਾ ਹੈ, ਜਿਹਦੇ ਵਿੱਚ ਹਨਾ ਪ੍ਰੋਬੇਬਿਲਿਟੀ ਇੰਡੀਆ ਦੇ ਜਿੱਤਣ ਦੀ ਕਿੰਨੀ ਹੈ ਜੀ 1/3। ਇੰਡੀਆ ਦੇ ਜਿੱਤਣ ਦੀ ਕਿੰਨੀ ਹੈ ਜੀ 1/3। ਇਹਦਾ ਮਤਲਬ ਜੇ ਇੰਡੀਆ ਦੇ ਜਿੱਤਣ ਦੀ, ਇੰਡੀਆ ਵਿਨ, ਉਹਦੀ ਪ੍ਰੋਬੇਬਿਲਿਟੀ ਹੈਗੀ 1/3, ਠੀਕ ਨਾ। ਫਿਰ ਜੀ ਇੰਗਲੈਂਡ ਦੀ ਕਿੰਨੀ ਹੋਣੀ ਆ ਜਿੱਤਣ ਦੀ 2/3। ਇੰਗਲੈਂਡ ਦੀ ਕਿੰਨੀ ਹੋਣੀ ਆ 2/3, ਕਰਕੇ ਸਾਨੂੰ ਪਤਾ ਦੋਨਾਂ ਦਾ ਜੋੜ ਕਿੰਨਾ ਹੋਣਾ ਆ 1। ਜੇ ਹੁਣ ਇੰਡੀਆ ਦੇ ਜਿੱਤਣ ਦੀ ਹੈਗੀ ਆ ਮਤਲਬ ਪ੍ਰੋਬੇਬਿਲਿਟੀ ਇੰਡੀਆ ਦੀ 1/3 ਆ, ਤਾਂ ਇੰਡੀਆ ਦੇ ਹਾਰਨ ਦੀ ਕੀ ਹੋਣੀ ਆ, ਮਤਲਬ ਕਿ ਇੰਡੀਆ ਨਹੀਂ ਜਿੱਤ ਰਿਹਾ ਆ, ਉਹੀ ਜਿਹੜੀ ਇੰਗਲੈਂਡ ਦੇ ਜਿੱਤਣ ਦੀ ਹੋਣੀ ਆ 2/3। ਜੇ ਇੰਗਲੈਂਡ ਜਿੱਤਦਾ ਆ ਇਹਦਾ ਮਤਲਬ ਕਿ ਜੀ ਇੰਡੀਆ ਨਹੀਂ ਜਿੱਤ ਰਿਹਾ ਆ। ਇਸੇ ਤਰ੍ਹਾਂ ਇੰਗਲੈਂਡ ਦੇ ਨਹੀਂ ਜਿੱਤਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਣੀ ਆ ਜੀ 1/3। ਬਾਕੀ ਬੇਟਾ ਉਹ ਐਟਲੀਸਟ ਜੇ ਤਾਂ ਉਹ ਕਹਿੰਦੇ ਕਿ ਮੰਨ ਲਓ ਇੰਡੀਆ ਜਿੱਤ ਜਾਂ ਇੰਡੀਆ ਦੇ ਨਹੀਂ ਜਿੱਤਣ ਦੀ ਕੀ ਕਰਨਾ ਜੀ ਆਪਾਂ, ਇੰਡੀਆ ਦੇ ਸੋਰੀ ਕੀ ਕਹਿੰਦਾ ਪਿਆ ਉਹ, ਇਹ ਕਹਿੰਦਾ ਇੰਡੀਆ ਵਿਲ ਲੋਸ ਆਲ ਦੀ 3 ਮੈਚਿਸ, ਮਤਲਬ 3 ਮੈਚ ਹੋ ਸਕੇ, ਇੰਡੀਆ ਨੇ ਕਹਿੰਦਾ ਸਾਰੇ 3 ਦੇ 3 ਮੈਚ ਕੀ ਕਰ ਦੇਣੇ ਆ ਜੀ, ਮਤਲਬ ਫੋਰ ਐਗਜ਼ਾਮਪਲ ਲੋਸ ਕਰਤਾ, ਠੀਕ ਨਾ। ਇਹਦਾ ਮਤਲਬ ਕੀ ਹੈ ਜੀ ਇੰਡੀਆ ਨੇ ਸਾਰੇ ਮੈਚ ਜਿੱਤੇ, ਹਾਰਨ ਦੀ ਪ੍ਰੋਬੇਬਿਲਿਟੀ ਕਿੰਨੀ ਹੈ ਜੀ, ਪਹਿਲਾਂ ਹੁਣ 3 ਮੈਚ ਆ, ਇੱਕ ਫਸਟ ਮੈਚ ਆ, ਠੀਕ ਨਾ, ਇੱਕ ਕਿਹੜਾ ਜੀ ਸੈਕੰਡ, ਇੱਕ ਕਿਹੜਾ ਜੀ ਥਰਡ। ਮੰਨ ਲਓ 3 ਦੇ 3 ਮੈਚ ਇੰਡੀਆ ਕਿਹਾ ਜੀ ਹਾਰ ਜਾਂਦਾ ਹੈ, ਠੀਕ ਨਾ, ਲੋਸ ਹੋ ਜਾਂਦਾ ਹੈ। ਇਹਦਾ ਮਤਲਬ ਕੀ ਹੈ ਜੀ ਲੋਸ ਹੋਣ ਦੀ ਪ੍ਰੋਬੇਬਿਲਿਟੀ ਕੀ ਹੈ ਜੀ, ਕਿ ਪ੍ਰੋਬੇਬਿਲਿਟੀ ਲੋਸ ਔਨ ਮੈਚਿਸ, ਠੀਕ ਨਾ। ਉਹਦੀ ਕੀ ਆਣੀ ਹੈ ਜੀ ਕਿ ਇੰਡੀਆ ਨੇ ਜਿਹੜਾ ਪਹਿਲਾ ਮੈਚ ਸੀਗਾ ਉਹ ਵੀ ਹਾਰ ਗਿਆ, ਠੀਕ ਨਾ, ਫਸਟ ਮੈਚ, ਠੀਕ ਨਾ। ਔਰ ਇੱਥੇ ਨਾ ਇੰਡੀਆ ਦੇ ਬੇਟਾ ਆਹੀ ਸਾਨੂੰ ਹੈਗੀ ਆ ਇੰਗਲੈਂਡ ਦੀ ਲੋੜ ਹੀ ਨਹੀਂ ਪੈਣੀ ਸਾਨੂੰ, ਇਹਦੀ ਪੈਣੀ ਆ, ਠੀਕ ਨਾ। ਇੰਡੀਆ ਜਿਹੜਾ ਜੀ ਪਹਿਲਾ ਮੈਚ ਵੀ ਹਾਰ ਗਿਆ, ਇੰਡੀਆ ਜਿਹੜਾ ਜੀ ਦੂਜਾ ਮੈਚ ਵੀ ਹਾਰ ਗਿਆ, ਠੀਕ ਨਾ। ਔਰ ਇੰਡੀਆ ਕਿਹੜਾ ਜੀ ਤੀਜਾ ਮੈਚ ਵੀ ਹਾਰ ਗਿਆ, ਠੀਕ ਨਾ। ਇਹ ਤਾਂ ਹਾਰਨ ਦੀ ਹੋਣੀ, ਸਾਰੇ ਹਾਰ ਗਏ, ਇਹਨਾਂ ਨੂੰ ਮਲਟੀਪਲਾਈ ਕਰ ਦੇਣਾ ਆਪਾਂ, ਠੀਕ ਨਾ। ਇਸੇ ਤਰ੍ਹਾਂ ਜੇ ਉਹ ਕਹਿੰਦਾ ਐਟਲੀਸਟ 1 ਜਿੱਤ ਜਾਵੇ ਤਾਂ ਉਹੀ ਇੱਕ ਦੇ ਵਿੱਚ ਜਿੰਨੀ ਇਹਨਾਂ ਦੀ ਸਾਰਿਆਂ ਦੀ ਹਾਰਨ ਦੀ ਪ੍ਰੋਬੇਬਿਲਿਟੀ ਉਹ ਆਪਾਂ ਕੀ ਕਰ ਦੇਣੀ ਹੈ ਜੀ ਲੈਸ ਕਰ ਦੇਣੀ ਹੈ, ਠੀਕ ਨਾ। ਯਾਨੀ ਕਿ ਪਹਿਲੇ ਮੈਚ ਦੀ ਜਿੱਤਣ ਦੀ ਪ੍ਰੋਬੇਬਿਲਿਟੀ ਹਾਰਨ ਦੀ ਇਸ ਤਰ੍ਹਾਂ ਕੱਢ ਕੇ ਉਹਨੂੰ ਕੀ ਕਰ ਦੇਣਾ ਆਪਾਂ ਸੋਲਵ ਕਰ ਦੇਣਾ ਹੈ, ਠੀਕ ਨਾ। ਔਰ ਇਸੇ ਤਰ੍ਹਾਂ ਬੇਟਾ ਜਿਹੜਾ ਸਾਡਾ ਹੈ ਨਾ ਕੁਐਸਚਨ ਨੰਬਰ, ਤੇ ਬੇਟਾ ਅਗਲਾ ਕੁਐਸਚਨ ਦੇਖਣਾ ਹੈਗਾ 13ਵਾਂ ਕੁਐਸਚਨ ਬਿਲਕੁਲ ਉਹਦੇ ਨਾਲ ਦਾ ਜਿਹੜਾ ਮੈਂ ਪਹਿਲਾਂ ਕਰਾਇਆ ਸੀਗਾ ਕੁਐਸਚਨ, ਠੀਕ ਨਾ। ਜਿਹੜਾ ਸਾਡਾ ਪਹਿਲਾ ਕੁਐਸਚਨ ਹੈਗਾ ਨਾ ਇਹਦਾ ਐਕਸਰਸਾਈਜ਼ ਦਾ ਉਹਦੇ ਨਾਲ ਦਾ ਹੈ 13ਵਾਂ, ਠੀਕ ਨਾ। ਜੇ ਸੋਲਵ ਹੋਣ ਦੀ ਪ੍ਰੋਬਲਮ ਕਰਨੀ ਹੈ, ਮਤਲਬ ਕੋਈ ਐਟਲੀਸਟ 1 ਸੋਲਵ ਕਰ ਦੇਵੇ, ਉਹੀ ਇੱਕ ਦੇ ਵਿੱਚ ਸਾਰੇ ਦੀ ਨਾ ਸੋਲਵ ਹੋਣ ਦੀ ਆਪਾਂ ਪ੍ਰੋਬੇਬਿਲਿਟੀ ਲੈਸ ਕਰ ਦੇਣੀ ਆ। ਔਰ ਜੇ ਕਹਿੰਦਾ ਨਹੀਂ ਸੋਲਵ ਦੀ, ਉਹ ਤਾਂ ਤੁਹਾਨੂੰ ਪਤਾ ਹੀ ਆ, ਸਾਰਿਆਂ ਦੀ ਨਹੀਂ ਸੋਲਵ ਹੋਣ ਦੀ ਕਹਿ ਜੀ ਆਪਾਂ ਮਲਟੀਪਲਾਈ ਕਰ ਦਾਂਗੇ।
ठीक है ना। एक बेटा 12वां क्वेश्चन देख लो माड़ा जिहा। 12वां क्वेश्चन ਤੁਹਾਨੂੰ मैं दस दिना है, ठीक है ना। बाकी सारे हो जाने ਉਹਦੇ ਨਾਲ, जे नहीं होगा तो मैंने तुसीं कर दिओ रिप्लाई, ठीक है ना। जिदा कहता बेटा 3 डाइज आर थ्रो, कहता वट इज द प्रोबेबिलिटी दैट, कहता एट लीस्ट वन ऑफ दैम नंबर, कहता कितना है जी टर्निंग, कहता बीइंग ग्रेटर दैन 4, कहता दसो कि जब आप लूडो वाला 3 मतलब आप डाई सट्टियां है, ठीक है ना। मान लो एक ए आ, एक बी आ, एक किहड़ी है जी सी आ, 3 डाइज ना दी, ठीक है ना। कहता दसो की प्रोबेबिलिटी आ कि ਜਿਹੜੀਆਂ ਤਿੰਨੇ ਆਪਾਂ डाई सट्टियां आ, ठीक है ना, ਉਹਨਾਂ ਵਿੱਚ ਘੱਟੋ ਘੱਟ 1 ਤੇ 4 ਤੋਂ ਜ਼ਿਆਦਾ ਨੰਬਰ ਆਉਂਦਾ। ਕਿਹਾ ਜੀ 1 ਤੋਂ 4 ਤੇ ਜ਼ਿਆਦਾ। ਦੇਖੋ ਬੇਟਾ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ 4 ਤੋਂ ਜ਼ਿਆਦਾ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ, ਠੀਕ ਨਾ। ਪਹਿਲੇ ਨੰਬਰ ਤੇ ਅਸੀਂ ਕੀ ਕਰਨਾ ਜੀ, ਪ੍ਰੋਬੇਬਿਲਿਟੀ ਆਫ ਕਿਹਦੀ ਹੈ ਜੀ, ਚੁੱਪ ਬੇਟਾ, ਮੋਰ ਦੈਨ 4, 4 ਤੋਂ ਜ਼ਿਆਦਾ। ਹੁਣ ਦੇਖੋ ਕੁੱਲ ਡਾਈਜ਼ ਤੇ ਕਿੰਨੇ ਹੁੰਦੇ ਆ, 6 ਤੱਕ ਗਿਣਤੀ। 4 ਤੋਂ ਜ਼ਿਆਦਾ ਕਿਹੜਾ ਹੁੰਦਾ, 4, 5 ਤੇ 6, मतलब 2/6, यानी कि ज़्यादा आने की प्रोबेबिलिटी कितनी है जी 1/3, ठीक है ना। और प्लस अगे क्या है जी, इन मान लो आप प्रोबेबिलिटी कि मान लेंगे जी प्रोबेबिलिटी, यानी कि आने की कितनी है जी 1/3। ਇਹਦਾ मतलब ਜਿਹੜੀ ਸਾਡੇ ਕੋਲ ਇਹਦੇ ਵਿੱਚ ਹੋਣੀ, मतलब ਪਹਿਲੀ ਡਾਈਸ ਤੇ ਕਿਹਾ ਜੀ प्रोबेबिलिटी आने की किहदी जी 4 ਤੋਂ ਜ਼ਿਆਦਾ, ਉਹ ਕਿੰਨੀ ਹੋਣੀ ਜੀ प्रोबेबिलिटी ए, ਉਹ ਕਿੰਨੀ ਹੋਣੀ ਜੀ 1/3। और जे मतलब तो नहीं आता प्रोबेबिलिटी, मतलब पहले तो 4 तो ज़्यादा नहीं आता, ਉਹਦੀ प्रोबेबिलिटी कितनी होनी जी 2/3। इस तरह इदा प्रोबेबिलिटी बी की कितनी होनी जी 1/3, ਇਹਦੀ भी उही होनी है। तो प्लस क्या जी नहीं आने की कितनी होनी है 2/3। इदा साडे कोल क्या है जी प्रोबेबिलिटी जिहड़ा सी है, मतलब ठीक है ना बेटा। तो जी सी की है प्रोबेबिलिटी, ਉਹਦੀ ਹੋਣ ਦੀ ਕਿੰਨੀ ਹੈ, ਉਹਦੀ ਵੀ 3 ਆ, ਤੇ ਨਹੀਂ ਹੋਣ ਦੀ ਉਹ 2/3। ਹੁਣ ਅਸੀਂ ਕੀ ਕਹਿੰਦੇ ਆ ਕਿ ਐਟਲੀਸਟ ਘੱਟੋ ਘੱਟ 1 ਤੇ 4 ਤੋਂ ਜ਼ਿਆਦਾ ਆਵੇ, ਉਹ ਬੇਟਾ ਉਹੀ ਆ। ਫਿਰ ਇੱਕ ਦੇ ਵਿੱਚੋਂ ਪ੍ਰੋਬੇਬਿਲਿਟੀ A ਦੀ ਨਹੀਂ, ਠੀਕ ਨਾ, ਇਨਟੂ ਪ੍ਰੋਬੇਬਿਲਿਟੀ B ਦੀ ਨਹੀਂ, ਇਨਟੂ ਪ੍ਰੋਬੇਬਿਲਿਟੀ C ਦੀ ਨਹੀਂ, ਕਰਕੇ ਆਪਾਂ ਕਿਹਾ ਜੀ ਵਿੱਚੋਂ ਇਹਦੇ ਘਟਾ ਦੇਣਾ, ਉਸ ਹਿਸਾਬ ਨਾਲ ਸਾਡਾ ਆਨਸਰ ਆ ਜਾਣਾ, ਠੀਕ ਨਾ। ਹੁਣ ਬੇਟਾ ਇੱਕ ਗੱਲ ਦੇਖਿਓ, ਇਹਦੇ ਨਾਲ ਦੇ ਸਾਰੇ ਕੁਐਸਚਨ ਕਰ ਲਿਓ, ਠੀਕ ਨਾ। ਜਿਹੜੀ ਤੁਹਾਡੀ 5th ਐਕਸਰਸਾਈਜ਼ ਆ, ਠੀਕ ਨਾ, ਜਿਹੜੀ ਅਗਲੀ ਐਕਸਰਸਾਈਜ਼ ਆ ਉਹਦੀ ਮੈਂ ਅਲੱਗ ਵੀਡੀਓ ਬਣਾ ਦੇਗਾ, ਠੀਕ ਨਾ। ਬੇਟਾ ਸਵਾਲ ਜ਼ਰੂਰ ਕਰ ਲਿਓ, ਘੱਟੋ ਘੱਟ ਮੈਨੂੰ ਹੈ ਨਾ ਜਦੋਂ ਸਵਾਲ ਲਿਖ ਕੇ ਪਾਣੇ ਆ ਉੱਪਰ ਬੇਟਾ ਆਪਣਾ ਨਾਂ ਲਿਖ ਦਿਆ ਕਰੋ, ਕਿਸ ਬੱਚੇ ਦੇ, ਮੈਨੂੰ ਪਤਾ ਲੱਗ ਜਾਂਦਾ, ਠੀਕ ਨਾ। ਕਿਉਂਕਿ ਜਦੋਂ ਮੈਂ YouTube ਤੇ ਦੇਖਦਾ ਨਾ ਬੇਟਾ, ਮੈਨੂੰ ਲੱਗਦਾ ਅੱਧੇ ਵੱਧ ਤੋਂ ਵੱਧ 3 ਜਾਂ 2 ਜਾਂ 3 ਕੁ ਬੱਚੇ ਖੋਲਦੇ ਆ, ਠੀਕ ਨਾ। ਘੱਟੋ ਘੱਟ ਸਿੱਧਾ ਨਾ YouTube ਤੇ ਜਾ ਕੇ ਦੇਖ ਕੇ ਉੱਥੋਂ ਨੂੰ ਹੈ ਨਾ, मतलब पूरी फुल स्क्रीन करके देख लिया करो, फिर साफ ही चलती है वीडियो, ठीक ना। ਜਿਹੜੀਆਂ ਪ੍ਰੋਬਲਮ ਹੋਣਗੀਆਂ ਮੈਂ ਇਕੱਠੀਆਂ ਐਂਡ ਵਿੱਚ ਇੱਕ ਵੀਡੀਓ ਦੇ ਵਿੱਚ ਸੋਲਵ ਕਰ ਦੇਣੀਆਂ ਸਾਰੀਆਂ ਤੁਹਾਡੀਆਂ, ਠੀਕ ਹੈ। ਚਲੋ ਠੀਕ ਹੈ ਬੇਟਾ, ਮੈਨੂੰ ਰਿਪਲਾਈ ਕਰ ਦਿਓ ਕਿਹੜਾ ਕਿਹੜਾ ਕੁਐਸਚਨ ਤੁਹਾਡਾ ਨਹੀਂ ਆ। ਓਕੇ, ਥੈਂਕਸ ਬੇਟਾ।